ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਪਹਿਲਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਪਵਿਆ ਤੇਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹੁ ਵਿਜੀਆ ਆਪਣਾ ਕੀਆ। ਅੰਨ ਨ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨ ਪਹਿਰੈ ਅਹਨਿਸ ਕਹਿਰੈ, ਮੂਨ ਬਿਗੂਤਾ ਕਿਉ ਜਾਗੈ ਗੁਰ ਬਿਨਿ ਸੂਤਾ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧਾ ਪਤ ਗਵਾਈ, ਬਿਨ ਨਾਵੈ ਕਿਛ ਥਾਇ ਨ ਪਾਈ। ਰਹੇ ਬੇਬਾਣੀ ਮੜੀ ਮਸਾਣੀ, ਅੰਧ ਨ ਜਾਣੈ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤਿਹਨੇ ਕੇਵਲ ਹਉਮੈ ਸ਼ਬਦ ਜਲਾਏ। ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਫਰਮਾਨ ਕਰ ਰਹੇ। ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਜੀ ਸੁਚੇਤ ਕਰ ਰਹੇ ਆ ਜੀਵ ਨੂੰ ਦੱਸ ਰਹੇ ਗੁਰੂ ਨਾਨਕ ਪਾਤਸ਼ਾਹ ਕਿ ਜਿਹੜੇ ਤੂੰ ਫੋਕਟ ਕਰਮ ਕਰ ਰਿਹਾ ਵਾ ਗੁਰੂ ਨੂੰ ਖੁਸ਼ ਕਰਨ ਲਈ, ਚਾਹੇ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਜਿਹੜੇ ਤੂੰ ਫੋਕਟ ਕਰਮ ਕਰ ਰਹੀਆਂ ਵਾ, ਇਹਨਾਂ ਦਾ ਜਿਹੜਾ ਵਾ ਕੋਈ ਤੈਨੂੰ ਲਾਭ ਨਹੀਂ ਪ੍ਰਾਪਤ ਹੋਣ ਵਾਲਾ। ਇਹਨਾਂ ਦਾ ਕੋਈ ਵੀ ਜਿਹੜਾ ਲਾਭ ਨਹੀਂ ਆ। ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਮੇਰੇ ਦਾਦਾ ਜੀ ਰਹਿਮਤ ਦੇ ਘਰ ਦੇ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਹੀ ਗੁਰੂ ਨਾਨਕ ਪਾਤਸ਼ਾਹ ਦਾ ਸਾਰਾ ਜੀਵਨ ਹੀ ਆਪਾਂ ਲੋਕਾਈ ਨੂੰ ਤਾਰਦੇ ਰਹੇ, ਉਹ ਸਿੱਧੇ ਰਾਹ ਪਾਉਂਦੇ ਰਹੇ, ਲੋਕਾਂ ਨੂੰ ਦੱਸਦੇ ਰਹੇ। ਅਤੇ ਅੱਜ ਦੇ ਸ਼ਬਦ ਦੇ ਵਿੱਚ ਵੀ ਮੇਰੇ ਦਾਦਾ ਜਿਹੜੇ ਆ ਉਪਦੇਸ਼ ਹੀ ਕਰ ਰਹੇ ਆ। ਗੁਰੂ ਪਾਤਸ਼ਾਹ ਫਰਮਾ ਰਹੇ ਕਹਿੰਦੇ ਲਿਖ ਲਿਖ ਪੜ੍ਹਿਆ। ਕਹਿੰਦੇ ਜੀਵ ਤੂੰ ਜਿੰਨਾ ਮਰਜ਼ੀ ਲਿਖੀ ਜਾ, ਲਿਖ ਲਿਖ ਕੇ ਪੜ੍ਹ ਲਾ, ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋ ਜਾ, ਦੁਨਿਆਵੀ ਵਿਗਿਆਨ ਜਿੰਨਾ ਮਰਜ਼ੀ ਪ੍ਰਾਪਤ ਕਰ ਲਾ, ਐਜੂਕੇਟਡ ਹੋ ਜਾ ਜਿੰਨਾ ਮਰਜ਼ੀ। ਤੇਤਾ ਕੜਿਆ ਕਹਿੰਦੇ ਉਹਨੂੰ ਪੜ੍ਹ ਪੜ੍ਹ ਕੇ ਖਪ ਜਾ ਭਾਵ ਖਿੱਚ ਜਾ, ਚਿੜ ਜਾ, ਪੜ੍ਹ ਕੇ ਖਪ ਜਾ ਉਹਨੂੰ। ਕਈ ਦੇ ਸਤਸੰਗ ਜਿਹੜੇ ਪੜ੍ਹ ਪੜ੍ਹ ਕੇ ਪਾਗਲ ਵੀ ਹੋ ਜਾਂਦੇ, ਮੈਂਟਲ ਵੀ ਹੋ ਜਾਂਦੇ। ਕਹਿੰਦੇ ਕਿ ਉਹ ਪੜ੍ਹ ਕੇ ਜਿਹੜਾ ਤੂੰ ਆਪਣਾ ਖਪ ਜਾ, ਖਿੱਚ ਜਾ। ਅੱਗੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਕਹਿੰਦੇ ਬਹੁਤ ਭੇਖ ਕੀਆ ਦੇਹੀ ਦੁੱਖ ਕੀਆ। ਅੱਗੇ ਕਹਿੰਦੇ ਬਹੁਤ ਤੀਰਥ ਭਵਿਆ ਤੇਤੋ ਲਵਿਆ। ਕਹਿੰਦੇ ਕਿ ਕਈ ਵਾਰੀ ਜਿਹੜੇ ਆਪਾਂ ਇਸ ਤੀਰਥ 'ਤੇ ਇਸ਼ਨਾਨ ਕਰਨ ਜਾਂਦੇ, ਤੀਰਥਾਂ ਦੀ ਜਾਂ ਯਾਤਰਾ ਕੀਤੀ ਜਾਂ ਕਿਤੇ ਗਏ, ਗੁਰੂ ਘਰ ਹੀ ਗਏ, ਇਸ਼ਨਾਨ ਕੀਤਾ, ਉੱਥੇ ਗੁਰੂ ਘਰ ਨਮਸਕਾਰਨ ਗਏ, ਅਤੇ 36 ਜਣਿਆਂ ਨੂੰ ਆਣ ਕੇ ਦੱਸਿਆ ਕਿ ਹਾਂ ਜੀ ਮੈਂ ਤਾਂ ਉੱਥੇ ਗਿਆ ਸੀ, ਮੈਂ ਤਾਂ ਅੱਜ ਇੱਥੇ ਗਿਆ ਸੀ, ਮੈਂ ਦਰਬਾਰ ਸਾਹਿਬ ਜਾਂਦਾ ਤਾਂ ਮੈਂ ਹਰ ਐਤਵਾਰ ਜਾਂਦਾ, ਮੈਂ ਹਰ ਸੋਮਵਾਰ ਜਾਂਦਾ ਤਾਂ ਮੈਂ ਹਰ ਮਹੀਨੇ ਜਾਂਦੀ ਹਾਂ, ਮੈਂ ਤਾਂ ਮੱਸਿਆ ਨਹੀਂ ਕੋਈ ਟੁੱਟਣ ਦਿੰਦਾ, ਮੀਂਹ ਹੋਵੇ ਹਨੇਰੀ ਹੋਵੇ ਮੈਂ ਤਾਂ ਜਾਂਦਾ। ਗੁਰੂ ਸਾਹਿਬ ਕਹਿੰਦੇ ਕਿ ਉਹ ਦੱਸਣ ਦਾ ਵਿਖਾਵੇ ਤੋਂ ਜਿਹੜਾ ਬਚਣਾ ਚਾਹੀਦਾ। ਵਿਖਾਵਾ ਜਿਹੜਾ ਉਹਦਾ ਕੀ ਫਾਇਦਾ ਕਿ ਤੀਰਥ ਦੀ ਯਾਤਰਾ ਕਰ ਲਈ ਅਤੇ ਮੁੜ ਕੇ ਸੁਣਾਉਂਦਾ ਫਿਰਿਆ, ਰੌਲਾ ਪਾਉਂਦਾ ਰਿਹਾ, ਦਿਖਾਵਾ ਕਰਦਾ ਰਿਹਾ। ਅਤੇ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਉਹਦੇ ਜਿਹੜਾ ਵਾ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਕਿ ਆਪਾਂ ਇੱਕ ਦਿਨ ਤੀਰਥ 'ਤੇ ਇਸ਼ਨਾਨ ਕਰ ਆਏ ਅਤੇ ਮੁੜ ਕੇ ਲੋਕਾਂ ਨੂੰ ਆਣ ਕੇ ਦੱਸਿਆ ਕਿ ਮੈਂ ਤਾਂ ਬਹੁਤ ਤੀਰਥ 'ਤੇ ਗਿਆ, ਮੈਂ ਤਾਂ ਤੀਰਥ ਬੜੀਆਂ ਤੀਰਥ ਯਾਤਰਾ ਕੀਤੀਆਂ। ਕਹਿੰਦੇ ਦੁੱਖ ਦਾ ਉਹ ਦੱਸਣ ਦਾ ਕੀ ਫਾਇਦਾ, ਤੂੰ ਤਾਂ ਫਿਰ ਵਡਿਆਈ ਲਈ ਕਰਦਾ, ਕਿ ਤੂੰ ਤਾਂ ਆਪਣੀ ਵਡਿਆਈ ਚਾਹੁੰਦਾ ਕਿ ਤੇ ਮਤਲਬ ਮੇਰੀ ਜਿਹੜੀ ਉਹ ਵਡਿਆਈ ਹੋਵੇ। ਤੀਰਥ 'ਤੇ ਜਾਣ ਦਾ ਫਿਰ ਤੂੰ ਇਹ ਨਹੀਂ ਸੋਚਿਆ ਕਿ ਮੈਂ ਉੱਥੇ ਮਤਲਬ ਆਹ ਹੋਇਆ ਸੀ, ਗੁਰੂ ਸਾਹਿਬ ਨੇ ਉੱਥੇ ਆਹ ਕੀਤਾ ਸੀ ਅਤੇ ਮੈਂ ਸਿੱਖਿਆ ਲੈ ਲਈ, ਨਹੀਂ ਤੂੰ ਗਿਆ ਉੱਥੇ। ਅਤੇ ਤੂੰ ਤਾਂ ਸਿਰਫ ਵਿਖਾਵਾ ਅਤੇ ਤੂੰ ਲੋਕਾਂ ਨੂੰ ਦੱਸ ਇਸ ਕਰਕੇ ਰਿਹਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਤੂੰ ਬਹੁਤ ਧਰਮੀ ਹੈ ਅਤੇ ਤੂੰ ਬਹੁਤ ਚਾਹੁੰਦਾ ਵਾ, ਇਹ ਕਰਕੇ ਤੈਨੂੰ ਵਡਿਆਈ ਦੀ ਚਾਹ ਦੇ ਵਿੱਚ ਤੂੰ ਜਿਹੜਾ ਲੋਕਾਂ ਨੂੰ ਦੱਸੀ। ਕਹਿੰਦੇ ਇਸ ਚੀਜ਼ ਦਾ ਫਿਰ ਉਹ ਤੇਰੇ ਤੀਰਥਾਂ 'ਤੇ ਜਾਣ ਦਾ, ਇਸ਼ਨਾਨ ਕਰਨ ਦਾ ਗੁਰੂ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ ਆ। ਅੱਗੇ ਗੁਰੂ ਸਾਹਿਬ ਕਹਿੰਦੇ ਬਹੁਤ ਭੇਖ ਕੀਆ ਦੇਹੀ ਦੁੱਖ ਦੀਆ। ਕਹਿੰਦੇ ਬਹੁਤ ਭੇਖ ਕਰਕੇ ਤੂੰ ਦੇਹੀ ਨੂੰ ਦੁੱਖ ਦਿੰਦਾ ਰਿਹਾ। ਕਹਿੰਦੇ ਬਹੁਤੇ ਭੇਖ ਕਰਕੇ ਕਦੀ ਤੂੰ ਜੋਗੀਆਂ ਵਾਲਾ ਵੇਸ ਬਣਾ ਲਿਆ, ਕਦੇ ਤਪ ਕਰਦਾ ਫਿਰਿਆ, ਆਪਣੇ ਜਿਹੜੀ ਬਹੁਤ ਭੇਖ ਤਰ੍ਹਾਂ ਦੇ ਵੇਸ ਬਣਾ ਲਏ, ਕਦੀ ਤੂੰ ਸੰਨਿਆਸੀ ਬਣ ਗਿਆ, ਘਰ ਬਾਹਰ ਛੱਡਤਾ, ਜੰਗਲਾਂ 'ਚ ਚਲ ਗਿਆ। ਕਹਿੰਦੇ ਬਹੁਤ ਤਰ੍ਹਾਂ ਦੇ ਭੇਖ ਕਰਕੇ ਦੇਹੀ ਆਪਣੇ ਸਰੀਰ ਨੂੰ ਜਿਹੜਾ ਦੁੱਖ ਦਿੰਦਾ ਰਿਹਾ, ਵੱਖ ਤਰ੍ਹਾਂ ਦੇ ਭੇਖ ਬਣਾ ਲਏ। ਅਤੇ ਕਹਿੰਦੇ ਆਪਣੇ ਜੀਵਨ ਜਿਹੜਾ ਉਹਦਾ ਵੀ ਕਹਿੰਦਾ ਕੋਈ ਫਾਇਦਾ ਨਹੀਂ ਆ, ਉਹਦੇ ਨਾਲ ਵੀ ਜਿਹੜੀ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਸਰੀਰ ਨੂੰ ਦੁੱਖ ਦੇਣ ਦੇ ਨਾਲੋਂ, ਤਾਂ ਕਹਿੰਦੇ ਤੂੰ ਸਰੀਰ ਨੂੰ ਦੁੱਖ, ਅਤੇ ਉਹਦੇ ਨਾਲ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਨਹੀਂ ਹੋਣੀ, ਇਹ ਵਿਅਰਥ ਆ, ਇਹਦੇ ਨਾਲ ਕੁਛ ਨਹੀਂ ਹੋਣਾ। ਅੱਗੇ ਕਹਿੰਦੇ ਸਹੁ ਵਿਜੀ ਆਪਣਾ ਕੀਆ। ਕਹਿੰਦੇ ਆਪਣਾ ਕੀਤਾ ਹੀ ਤੂੰ ਸਹਿ ਰਿਹਾ ਹੁਣ। ਕਹਿੰਦੇ ਬਹੁਤ ਭੇਖ ਕਰਕੇ ਦੇਹੀ ਨੂੰ ਦੁੱਖ ਦਿੰਦਾ ਰਿਹਾ, ਸੁਆਹ ਮਾਲੀ ਕਰੀ ਧੂਏ ਸੇਖੇ, ਭੁੱਖਾ ਰਿਹਾ ਪਿਆਸਾ ਰਿਹਾ। ਕਹਿੰਦੇ ਉਹਨਾਂ ਕੀ ਹੋਇਆ, ਕਹਿੰਦੇ ਆਪਣਾ ਕੀਤਾ ਹੋਇਆ ਆਪ ਜੋ ਤੂੰ ਕੀਤਾ ਆਪੇ ਹੀ ਸਹਾਰਿਆ, ਆਪਣਾ ਕੀਤਾ ਆਪਣੇ ਸਿਰ 'ਤੇ, ਕਹਿੰਦੇ ਤੂੰ ਸਹਿ ਰਿਹਾ ਵਾ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ, ਕਹਿੰਦੇ ਸਹੁ ਜੀ ਆਪਣਾ ਕੀ ਅੰਨ ਨਾ ਖਾਇਆ ਸਾਧ ਗਵਾਇਆ। ਕਹਿੰਦੇ ਤੂੰ ਅੰਨ ਨਹੀਂ ਖਾਦਾ, ਅੰਨ ਦਾ ਤਿਆਗ ਕਰਤਾ, ਭੁੱਖਾ ਰਿਹਾ,
ਤੇ ਸਵਾਦ ਗਵਾਇਆ। ਕਹਿੰਦੇ ਕੀ ਕੀਤਾ ਤੂੰ? ਆਪਣੇ ਸਵਾਦ ਦਾ ਹੀ ਤਿਆਗ ਕੀਤਾ, ਸਵਾਦ ਗਵਾ ਲਿਆ ਜੀਭ ਦਾ ਜਿਹੜਾ ਹੈ। ਕਈ ਤੇ ਕਹਿੰਦੇ ਸਾਸਾ ਸਾਰੀ ਉਮਰ ਜਿਹੜੀ ਭੁੱਖ ਸਰੀਰ ਨੂੰ ਜਿਹੜਾ ਆਹਾਰ ਚਲਾਉਣ ਲਈ ਕੁਛ ਨਾ ਕੁਛ ਤੇ ਕਰਨਾ ਪੈਣਾ, ਭੋਜਨ ਨਾ ਛਕਾਂਗੇ ਹੋਰ ਕੁਛ ਛਕਾਂਗੇ। ਇਹ ਕਰਕੇ ਗੁਰੂ ਸਾਹਿਬ ਕਹਿੰਦੇ ਅੰਨ ਦੇ ਤਿਆਗ ਕਰਕੇ ਮਨ ਦੇ ਵਿੱਚ, ਉਹ ਤੇ ਮਨ ਤੇ ਸਾਸਾ ਉਹਦੇ ਵਿੱਚ ਹੀ ਰਹਿੰਦਾ, ਭੁੱਖ ਦੇ ਵਿੱਚ, ਮਨ ਦੇ ਵਿੱਚ ਤੇ ਕਿਤੇ ਨਾ ਕਿਤੇ ਲਾਲਸਾ ਬਣੀ ਰਹਿੰਦੀ ਕਿ ਮੈਂ ਜਿਹੜਾ ਭੋਜਨ ਨਹੀਂ ਛਕਿਆ, ਮੈਨੂੰ ਲੋੜ ਹੈ। ਸਰੀਰ ਤੇ ਅੰਦਰੋਂ ਅੰਦਰੋਂ ਤੇ ਆਵਾਜ਼ ਆਉਂਦੀ ਆ, ਅੰਦਰੋਂ ਤੇ ਮਨ, ਸਰੀਰ ਤੇ ਮਨ ਤੇ ਅੰਦਰੋਂ ਗਾਲਾਂ ਹੀ ਕੱਢਦਾ ਕਿ ਭੁੱਖਾ ਰਿਹਾ ਤੂੰ, ਮਤਲਬ ਤੂੰ ਕੁਛ ਛਕਿਆ ਨਹੀਂ, ਮੈਨੂੰ ਵੀ ਤੂੰ ਜਿਹੜਾ ਖਪਾ ਰਿਹਾ, ਤਰਸਾ ਰਿਹਾ ਵਾ। ਤੇ ਉਹਦੇ ਕਰਕੇ ਅੰਨ ਨਾ ਖਾਇਆ ਸਵਾਦ ਗਾਇਆ। ਕਹਿੰਦੇ ਇਸ ਨਾਲ ਵੀ ਕਿਸੇ ਚੀਜ਼ ਦੀ ਪ੍ਰਾਪਤ ਨਹੀਂ ਹੁੰਦੀ, ਸਗੋਂ ਤੂੰ ਆਪਣੀ ਜੀਭ ਦਾ ਸਵਾਦ ਜਿਹੜਾ ਉਹੀ ਗਵਾਉਣਾ। ਬਹੁਤ ਦੁੱਖ ਪਾਇਆ ਦੂਜਾ ਪਾਇਆ। ਕਹਿੰਦੇ ਉਹਦੇ ਨਾਲ ਬਹੁਤ ਦੁੱਖ ਹੀ ਪਾਉਣਾ ਤੂੰ। ਕਹਿੰਦੇ ਸਰੀਰ ਨੂੰ ਜਿਹੜਾ ਆਪਣੇ ਨੂੰ ਆਪਣਾ ਕੀਤਾ ਆਪਾਂ, ਕਹਿੰਦੇ ਰੋਟੀ ਭੋਜਨ ਜਿਹੜਾ ਤਿਆਗ ਕੇ ਆਪਣੀ ਜ਼ੁਬਾਨ ਦਾ ਸਵਾਦ ਜਿਹੜਾ ਤੂੰ ਗਵਾ ਲਿਆ ਵਾ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ। ਅੱਗੇ ਕਹਿੰਦੇ ਬਸਤਰ ਨਾ ਪਹਿਰੇ ਐ ਨੀ ਸਕੈਰੇ। ਗੁਰੂ ਸਾਹਿਬ ਕਹਿੰਦੇ ਕੱਪੜੇ ਨਾ ਪਾ ਕੇ ਤੂੰ ਆਪਣੇ ਸਰੀਰ 'ਤੇ ਕੱਪੜੇ ਨਹੀਂ ਪਾਉਂਦਾ। ਕਈ ਗਏ ਸਤਸੰਗ ਕੱਪੜਿਆਂ ਦਾ ਤਿਆਗ ਕਰ ਦਿੰਦੇ ਨਾਂਗੇ ਸਾਧੂ, ਜਿੱਦਾਂ ਕਿ ਮੈਂ ਆਪਣੇ ਕੱਪੜਿਆਂ 'ਤੇ ਸਰੀਰ 'ਤੇ ਬਸਤਰ ਹੀ ਨਹੀਂ ਪਾਉਣੇ, ਕੱਪੜੇ ਨਹੀਂ ਪੈਣੇ, ਐ ਨਹੀਂ ਸਕੈਰੇ। ਅਤੇ ਸਾਰੇ ਸਰਦੀ ਗਰਮੀ ਜਿਹੜੀ ਆਪਣੇ ਸਰੀਰ ਦੇ ਉੱਤੇ ਸਹਾਰਦੇ ਆ, ਆਪਣੇ ਸਰੀਰ ਨੂੰ ਇੱਦਾਂ ਰੱਖਦੇ ਆ। ਗਰਮੀ ਦੇ ਧੂੰਏਂ ਬਾਲ ਕੇ ਸੇਕੀ ਜਾਂਦੇ ਕਈ ਗਰਮੀਆਂ ਦੇ ਵਿੱਚ, ਅਤੇ ਕੜਾਕੇ ਦੀਆਂ ਠੰਡਾਂ ਦੇ ਵਿੱਚ ਜਿਹੜੇ ਆ ਉਹ ਨੰਗਨ ਹੀ ਰਹਿੰਦੇ ਆ। ਸਤਸੰਗ ਤੇ ਇਸ ਕਰਨ ਦੇ ਨਾਲ ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਉਹ ਨਹੀਂ ਹੁੰਦੀ। ਇੱਦਾਂ ਕਰਨ ਨਾਲ ਪਰਮਾਤਮਾ ਜਿਹੜਾ ਉਹ ਪਰਮਾਤਮਾ ਨਹੀਂ ਮਿਲਦਾ, ਉਹਦੀ ਖੁਸ਼ੀ ਨਹੀਂ ਮਿਲਦੀ। ਅੱਗੇ ਮੌਨ ਵਿਗੂਤਾ। ਕਹਿੰਦੇ ਕਈ ਕੀ ਕਰਦੇ ਆ ਕਿ ਉਹ ਮੌਨੀ ਹੋ ਜਾਂਦੇ ਆ, ਬੋਲਣਾ ਛੱਡ ਦਿੰਦੇ ਆ ਕਿ ਮੈਂ ਤਾਂ ਬੋਲਣਾ ਹੀ ਨਹੀਂ ਆ, ਮੈਂ ਤਾਂ ਵਿਸ਼ਰਾਮ ਮੌਨ ਮਤਲਬ ਲੈ ਲਿਆ। ਅਤੇ ਉਹ ਜਾ ਕੇ ਗੁਰਬਿੰਦ ਸੁੱਤਾ ਕਹਿੰਦੇ ਮੈਂ ਕੋਈ ਬੋਲਦਾ ਹੀ ਨਹੀਂ ਆ, ਮੌਨ ਵਿਗੂਤਾ, ਮੌਨ ਲੈ ਲੈਂਦੇ ਆ, ਮੌਨੀ ਹੋ ਜਾਂਦੇ ਆ, ਬੋਲਣਾ ਬੰਦ ਕਰ ਦਿੱਤਾ। ਕਿ ਬਾਹਰੋਂ ਤੇ ਬੋਲ ਪਰ ਸਤਸੰਗ ਕੀ ਮਨ ਵੀ ਚੁੱਪ ਹੁੰਦਾ ਅੰਦਰੋਂ। ਚੁੱਪ ਤੇ ਮਨ ਨੂੰ ਸ਼ਾਂਤ ਤੇ ਮਨ ਨੂੰ ਕਰਾਉਣਾ ਸੀ, ਭਟਕਣਾ ਤੇ ਮਨ ਦੀ ਖਤਮ ਕਰਨੀ ਸੀ, ਪਰ ਮਨ ਤੇ ਫਿਰ ਵੀ ਭਟਕਦਾ ਰਹਿੰਦਾ। ਇਸ਼ਾਰਿਆਂ ਰਾਹੀਂ ਗੱਲ ਤੇ ਦੱਸਾਂਗੇ, ਆਪਣੇ ਇਸ਼ਾਰੇ ਕਰਾਂਗੇ, ਉਹ ਮਨ ਦੇ ਅੰਦਰੋਂ ਬੋਲ ਹੀ ਰਿਹਾ ਤੇ ਉਹ ਫਿਰ ਚੁੱਪ ਕਰਨ ਦਾ ਉੱਥੇ ਕੋਈ ਫਾਇਦਾ ਨਹੀਂ। ਮਤਲਬ ਕਿ ਮੈਨੂੰ ਜੇ ਭੁੱਖ ਲੱਗੀ ਆ ਪ੍ਰਸ਼ਾਦਾ ਛਕਣਾ ਵਾ, ਦੱਸੇਗਾ ਤਾਂ ਸਹੀ, ਇਸ਼ਾਰੇ ਨਾਲ ਦੱਸੇਗਾ, ਬੋਲੇਗਾ ਨਾ, ਤੇ ਅੰਦਰੋਂ ਸ਼ਾਂਤ ਤੇ ਮਨ ਨੂੰ ਕਰਨਾ ਸੀ। ਤੇ ਪਰ ਉਹ ਕੀ ਆ, ਆਪ ਚੁੱਪ ਹੋ ਗਏ ਤੇ ਮਨ ਤੇ ਅੰਦਰੋਂ ਭਟਕਦਾ ਰਿਹਾ। ਉਹਨੇ ਤੇ ਸਾਰੀਆਂ ਚੀਜ਼ਾਂ ਲਈ ਆਪਣੇ ਜਿਹੜੇ ਮੂੰਹ ਦਾ ਸਹਾਰਾ ਜ਼ਬਾਨ ਦਾ ਬੰਦ ਕਰਕੇ ਇਸ਼ਾਰਿਆਂ ਦਾ ਲੈ ਲਾਂਗੇ, ਉਹ ਤੇ ਮਨ ਨੂੰ ਉਪਦੇਸ਼ ਤੇ ਗੁਰੂ ਸਾਹਿਬ ਇਹੀ ਤੇ ਇੱਥੇ ਇਹੀ ਗੁਰੂ ਸਾਹਿਬ ਕਹਿ ਰਹੇ ਕਿ ਸ਼ਾਂਤ ਤੇ ਆਪਾਂ ਮਤਲਬ ਮਨ ਨੂੰ ਕਰਨਾ ਸੀ, ਤੇ ਪਰ ਮਨ ਤੇ ਫਿਰ ਵੀ ਭਟਕਦਾ ਰਿਹਾ। ਭਟਕਣਾ ਜਿਹੜੀ ਚੀਜ਼ ਦੀ ਖਤਮ ਕਰਨੀ ਉਹ ਤੇ ਕੀਤੀ ਨਹੀਂ ਆਪਾਂ, ਤੇ ਕਰਕੇ ਇਸ ਚੀਜ਼ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਕਿ ਚੁੱਪ ਰਹਿਣ ਦਾ ਵੀ ਕੋਈ ਮੌਨ ਲੈਣ ਦਾ ਬਹੁਤਾ ਫਾਇਦਾ ਗੁਰੂ ਸਾਹਿਬ ਕਹਿੰਦੇ ਨਹੀਂ ਹੁੰਦਾ। ਕਿਉਂ ਜਾਗੇ ਗੁਰਬਿਨ ਸੁੱਤਾ। ਕਹਿੰਦਾ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਮਨ ਵਾ ਉਹ ਗੁਰੂ ਤੋਂ ਬਿਨਾਂ ਕਹਿੰਦੇ ਇੱਦਾਂ ਨਹੀਂ ਜਾਗਣਾ ਉਹਨੇ। ਸੁੱਤੇ ਹੋਏ ਮਨ ਨੂੰ ਜਿਹੜਾ ਕਈ ਤਰ੍ਹਾਂ ਦਾ ਸੁੱਤਾ ਹੋਇਆ ਭਗਤ ਕਰਮ ਕਰਨ ਦੇ ਨਾਲ ਕਹਿੰਦੇ ਉਹ ਜਾਗਦਾ ਨਹੀਂ ਆ। ਭਾਗਿਓ ਪਿਤਾਣਾ। ਕਈ ਸਾਧ ਸੰਗਤ ਕੀ ਕਰਦੇ ਆ, ਨੰਗੇ ਪੈਰੀ ਜੁੱਤੀ ਨਹੀਂ ਪਾਉਂਦੇ, ਪੈਰੀ ਜੁੱਤੀ ਨਹੀਂ ਪਾਉਣੀ ਕਿ ਰੱਬ ਨੂੰ ਪਾਉਣ ਦੇ ਲਈ ਮੈਂ ਜੀ ਇੱਦਾਂ ਕਰ ਰਿਹਾ, ਮੈਂ ਜੁੱਤੀ ਨਹੀਂ ਪਾਉਂਦਾ। ਅਤੇ ਨੰਗੇ ਪੈਰ ਰਹਿਣ ਦੇ ਨਾਲ ਸਾਧ ਸੰਗਤ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਇੱਦਾਂ ਹੋਣੀ ਹੁੰਦੀ ਤਾਂ ਕਿੰਨੇ ਜਾਨਵਰ ਆ ਸਾਰੇ ਧਰਤੀ ਦੇ ਉੱਤੇ, ਕਿੰਨੇ ਸਾਰੇ ਨੰਗੇ ਪੈਰੀ ਫਿਰਦੇ, ਉਹਨਾਂ ਨੂੰ ਤਾਂ ਫਿਰ ਪਰਮਾਤਮਾ ਆਣ ਕੇ ਮਿਲ ਪੈਂਦਾ, ਕਿਉਂਕਿ ਉਹ ਨੰਗੇ ਹੀ ਰਹਿੰਦੇ ਪੈਰੀ। ਅਤੇ ਇਸ ਕਰਕੇ ਸਾਧ ਸੰਗਤ, ਇਸ ਕਰਕੇ ਗੁਰੂ ਸਾਹਿਬ ਕਹਿੰਦੇ ਕਿ ਇਹ ਨੰਗੇ ਪੈਰੀ ਰਹਿ ਕੇ ਜੇ ਆਪਾਂ ਪਖੰਡ ਕਰੀਏ ਕਿ ਮੈਂ ਨੰਗੇ ਪੈਰੀ ਜਾਂਦਾ, ਮੈਂ ਗੁਰੂ ਘਰ ਰੋਜ਼ ਨੰਗੇ ਪੈਰੀ ਜਾਂਦਾ, ਮੈਂ ਨੰਗੇ ਪੈਰੀ ਰਹਿੰਦਾ, ਮੈਂ ਤਾਂ ਗੁਰੂ ਨੂੰ ਬੜਾ ਪਿਆਰ ਕਰਦਾ, ਮੈਂ ਸਤਿਗੁਰੂ ਵਾਹਿਗੁਰੂ ਜੀ ਨੂੰ ਬੜਾ ਪਿਆਰ ਕਰਦਾ, ਮੈਂ ਨੰਗੇ ਪੈਰੀ ਰਹਿੰਦਾ। ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਗੁਰੂ ਸਾਹਿਬ ਕਹਿੰਦੇ ਨਹੀਂ ਹੋਣੀ। ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਆ ਉਹ ਨਹੀਂ ਹੋਣੀ। ਅੱਗੇ ਗੁਰੂ ਸਾਹਿਬ ਫਰਮਾ ਰਹੇ ਕਹਿੰਦੇ ਭਾਗਿਓ ਪਿਤਾਣਾ ਆਪਣੇ ਕੀਆ ਕਮਾਉਣਾ। ਕਹਿੰਦੇ ਤੂੰ ਆਪਣਾ ਕੀਤਾ ਹੀ ਆ, ਕੋਈ ਕਰਮ ਆਪਣੇ ਕੀਤੇ ਆਪੇ ਹੀ ਕਮਾਏਂਗਾ, ਆਪਣਾ ਕਮਾ ਰਿਹਾ, ਕੋਈ ਕਰਮ ਕੀਤੇ ਹੋਣਗੇ ਪਿਛਲੇ ਜਨਮ ਦੇ ਵਿੱਚ, ਤੇ ਜਿਹਦੇ ਕਰਕੇ ਤੈਨੂੰ ਹੁਣ ਜੁੱਤੀ ਨਹੀਂ ਮਿਲੀ ਤੇ ਨੰਗੀ ਫੇਰੀ ਫਿਰ ਰਿਹਾ। ਅੱਗੇ ਗੁਰੂ ਸਾਹਿਬ ਕਹਿੰਦੇ ਅਲਮਲ ਖਾਈ ਸਿਰ ਛਾਈ ਪਾਈ। ਕੀ ਕਰਦੇ ਕਈ ਸਾਧ ਸੰਗਤ ਪਰਮਾਤਮਾ ਨੂੰ ਖੁਸ਼ ਕਰਨ ਲਈ ਪੈਰ ਪਾ ਕੇ ਪਰਮਾਤਮਾ ਨੂੰ ਆਪਣਾ ਜਿਹੜਾ ਖੁਸ਼ ਕਰਨ ਲਈ ਆਪਣੀ ਗੰਦਗੀ ਜਿਹੜੀ ਆਪ ਖਾਣੀ, ਆਪਣੀ ਗੰਦਗੀ ਨੂੰ ਖਾਣਾ, ਬਾਕੀ ਸਾਰੇ ਚੀਜ਼ਾਂ ਦਾ ਤਿਆਗ ਕਰ ਦੇਣਾ ਅਤੇ ਆਪਣੀ ਗੰਦਗੀ ਖਾਣੀ ਅਤੇ ਸਿਰ ਦੇ ਵਿੱਚ ਸੁਆਹ ਪਾਈ ਜਾਣੀ। ਇਹੋ ਜਿਹੇ ਨੀਚ ਕੰਮ ਵੀ ਕਈ ਕਰਦੇ ਕਿ ਮੈਂ ਇੱਦਾਂ ਕਰਨ ਦੇ ਨਾਲ ਪਰਮਾਤਮਾ ਨੂੰ ਜਿਹੜਾ ਵਾ ਉਹ ਇੱਦਾਂ ਕਰਨ ਨਾਲ ਮੈਨੂੰ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਸਾਹਿਬ ਕਹਿੰਦੇ ਕਿ ਅੱਗੇ ਗੁਰੂ ਸਾਹਿਬ ਫਰਮਾ ਰਹੇ ਕਹਿੰਦੇ ਮੂਰਖ ਅੰਧੇ ਪੱਤ ਗਵਾਈ। ਕਹਿੰਦੇ ਇੱਦਾਂ ਦੇ ਉਪਰੋਕਤ ਕੰਮ ਕਰਕੇ ਜਿਹੜੇ ਮੂਰਖ ਆਦਮੀ ਨੇ, ਇਸ ਮੂਰਖ ਜੀਵ ਨੇ ਆਪਣੀ ਜਿਹੜੀ ਪੱਤ ਆ ਉਹ ਆਪਣੀ ਇੱਜ਼ਤ ਜਿਹੜੀ ਉਹ ਗਵਾ ਲਈ ਆ, ਉਹਦੀ ਇੱਜ਼ਤ ਨਹੀਂ ਰਹਿੰਦੀ, ਉਹ ਆਪਣੀ ਇੱਜ਼ਤ ਗਵਾ ਲੈਂਦਾ ਹੁੰਦਾ ਦੇ ਕੰਮ ਕਰਕੇ। ਮੇਰੇ ਨਾਮੇ ਕਿਛ ਥਾਈ ਨਾ ਪਾਈ। ਗੁਰੂ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਜਿਹੜੀ ਆ ਉਹਦੇ ਨਾਲ ਜੇ ਆਪਾਂ ਕਹੀਏ ਕਿ ਨਾਮ ਤੋਂ ਬਿਨਾਂ ਕਿਸ ਚੀਜ਼ ਦੇ ਨਾਲ ਵੀ ਆਪਾਂ ਪਰਮਾਤਮਾ ਦੀ ਪ੍ਰਾਪਤੀ ਕਰ ਲਾਂਗੇ, ਕੋਈ ਥਾਂ ਪੈਂਦੀ ਕੋਈ ਚੀਜ਼, ਅਤੇ ਕਹਿੰਦੇ ਵਿਅਰਥ ਆ ਇਹ ਸਭ ਕਹਿਣਾ ਜਿਹੜਾ ਗਲਤ ਆ। ਨਾਮ ਤੋਂ ਬਿਨਾਂ ਜਿਹੜਾ ਕੁਛ ਵੀ ਜਿਹੜਾ ਆਪਾਂ ਨੂੰ ਹਾਸਲ
ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਬਿਨ ਨਾਮ ਹੈ, ਨਾਮ ਤੋਂ ਬਿਨਾਂ ਕੁਛ ਵੀ ਹਾਸਲ ਨਹੀਂ ਹੁੰਦਾ। ਸਿਰਫ ਕੇਵਲ ਤੇ ਕੇਵਲ ਇੱਕ ਨਾਮ ਹੀ ਹੈ ਜਿਹਨੂੰ ਜਪ ਕੇ ਆਪਾਂ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹਾਂ, ਪ੍ਰਮਾਤਮਾ ਮਿਲ ਸਕਦਾ। ਬਾਕੀ ਸਭ ਗੁਰੂ ਸਾਹਿਬ ਕਹਿੰਦੇ ਥਾਂਈ ਕਿਛ ਥਾਂਈ ਨਾ ਪਾਏ, ਕਹਿੰਦੇ ਕੁਛ ਵੀ ਥਾਂ ਨਹੀਂ ਪੈਂਦਾ। ਰਹੇ ਬਣ ਰਹੇ ਬੇਬਾਣੀ ਮੜੀ ਮਸਾਣੀ। ਕਈ ਗੁਰੂ ਸਾਹਿਬ ਕਹਿੰਦੇ ਕੀ ਕਰਦੇ ਆ, ਕਈ ਕਹਿੰਦੇ ਆਪਣੇ ਮੂਰਖ ਚ, ਕਈ ਕਹਿੰਦੇ ਕੀ ਕਰਦੇ ਆ, ਬੀਆਬਾਨ ਜੰਗਲਾ ਬੇਬਾਣੀ ਰਹੇ ਬੇਬਾਣੀ। ਬੀਆਬਾਨ ਜੰਗਲਾ, ਬੀਆਬਾਨ ਜੰਗਲਾ ਘਰ ਬਾਰ ਦਾ ਤਿਆਗ ਕਰਕੇ ਤੇ ਗੁਰੂ ਸਾਹਿਬ ਨੇ ਤੇ ਗ੍ਰਸਤ ਮਾਰਗ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੇ, ਤੇ ਕਿ ਆਪਣੇ ਗ੍ਰਸਤ ਜੀਵਨ ਦੇ ਵਿੱਚ ਰਹੋ ਤੇ ਇੱਥੇ ਅਕਾਲ ਪੁਰਖ ਨਾਮ ਜਪੋ, ਕਿਰਤ ਕਰੋ ਤੇ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਕਈ ਕੀ ਕਰਦੇ ਆ, ਰਹੇ ਬੇਬਾਣੀ ਬੀਆਬਾਨ ਜੰਗਲਾਂ ਦੇ ਵਿੱਚ ਰਹਿੰਦੇ ਆ ਜਾ ਕੇ, ਮੜੀ ਮਸਾਣੀ ਮੜੀਆਂ ਮਸਾਣੀਆਂ ਦੇ ਵਿੱਚ ਜਿਹੜਾ ਵਾ ਉੱਥੇ ਜਾ ਕੇ, ਬੀਆਬਾਨ ਜੰਗਲਾਂ ਮੜੀਆਂ ਮਸਾਣਾਂ ਦੇ ਵਿੱਚ ਜਾ ਕੇ ਰਹਿੰਦੇ ਹਨ। ਤੇ ਉਹ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਨਾਮ ਵਿਅਰਥ ਆ, ਫੋਕਟ ਕਰਮ ਹੀ ਕਰੀ ਜਾਂਦੀ ਆ। ਅੰਧ ਨਾ ਜਾਣੀ ਫਿਰ ਪਛਤਾਣੀ। ਇਹੋ ਜਿਹੇ ਕਰਮ ਕਰਕੇ ਅੰਧਾ ਜਦੋਂ ਲਾਸਟ ਦੇ ਵਿੱਚ ਪਛਤਾਉਂਦਾ ਨਾ, ਫਿਰ ਜਾਣ ਲੱਗਿਆ ਫਿਰ ਉਹ ਪਤਾ ਲੱਗਦਾ ਜਮ ਕਿੱਦਾਂ ਤੋਂ ਅੱਗੇ ਖੜਦੇ, ਕੀ ਉੱਥੇ ਕੀ ਗਤੀ ਹੁੰਦੀ, ਕਿ ਇਹਨਾਂ ਚੀਜ਼ਾਂ ਦੀ ਕੋਈ ਵੀ ਜਿਹੜਾ ਸਾਰੇ ਕਰਮ ਧਰਮ ਪਖੰਡ ਜੋ ਸਾਰੇ ਜਮ ਰਾਹ ਦੇ ਵਿੱਚ ਹੀ ਲੁੱਟ ਲੈਂਦੇ। ਫਿਰ ਪਛਤਾਉਂਦਾ ਲਾਸਟ ਦੇ ਵਿੱਚ ਕਿ ਮੈਂ ਕਿਉਂ ਕੀਤਾ। ਅੰਧਾ ਨਾ ਜਾਣੇ ਫਿਰ ਪਛਤਾਣੀ, ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਫਿਰ ਲਾਸਟ ਵਿੱਚ ਪਛਤਾਉਂਦੇ ਆ, ਅੰਧੇ ਜਾਣਦੇ ਨਹੀਂ ਆ ਅਤੇ ਲਾਸਟ ਦੇ ਵਿੱਚ ਫਿਰ ਪਛਤਾਵਾ ਕਰਦੇ ਜਾਣ ਸਮੇਂ, ਜਦੋਂ ਇਹਨਾਂ ਚੀਜ਼ਾਂ ਦਾ ਕੋਈ ਵੀ ਮੁੱਲ ਨਹੀਂ ਪੈਂਦਾ ਨਾ, ਉੱਥੇ ਦਰਗਾਹ ਦੇ ਵਿੱਚ ਕੋਈ ਇਹਨਾਂ ਦੀ ਪੁੱਛ ਪੜਤਾਲ ਨਹੀਂ ਹੁੰਦੀ, ਅਤੇ ਫਿਰ ਇਹ ਪਛਤਾਉਂਦੇ ਆਂਦੇ। ਅੱਗੇ ਗੁਰੂ ਸਾਹਿਬ ਫਰਮਾਉਂਦੇ, ਕਹਿੰਦੇ ਸਤਿਗੁਰੂ ਭੇਟੇ ਸੋ ਸੁਖ ਪਾਏ। ਕਹਿੰਦੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਸਤਿਗੁਰੂ ਭੇਟੇ ਸੋ ਸੁਖ ਪਾਏ। ਕਹਿੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਸਤਿਗੁਰੂ ਭੇਟੇ, ਸਤਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਂਦਾ, ਸਤਿਗੁਰੂ ਭੇਟੇ ਸੋ ਸੁਖ ਪਾਏ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਂਦਾ ਤੇ ਉਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਭਾਵ ਸਤਿਗੁਰੂ ਜੀ ਦੀ ਪ੍ਰਾਪਤੀ ਦੇ ਨਾਲ ਉਹਨਾਂ ਨੂੰ ਕਹਿੰਦੇ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਸੱਚੇ ਗੁਰੂ ਦੀ ਪ੍ਰਾਪਤੀ ਦੇ ਨਾਲ। ਸੱਚਾ ਗੁਰੂ ਵਾਹਿਗੁਰੂ ਜੀ, ਜਦੋਂ ਸੱਚਾ ਗੁਰੂ ਮਿਲਦਾ ਵਾ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਮਿਲਦੇ, ਫਿਰ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ, ਸੱਚੇ ਗੁਰੂ ਦੇ ਉਪਦੇਸ਼ ਦੇ ਨਾਲ ਫਿਰ ਵਾਹਿਗੁਰੂ ਜੀ ਫਿਰ ਕਹਿੰਦੇ ਇਹ ਗੁਰੂ ਸਾਹਿਬ ਸਤਿਗੁਰੂ ਭੇਟੇ ਸੋ ਸੁਖ ਪਾਏ। ਅਤੇ ਕਹਿੰਦੇ ਫਿਰ ਸੁੱਖ ਦੀ ਪ੍ਰਾਪਤੀ, ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਆ ਸਤਿਗੁਰੂ ਨੂੰ ਭੇਟ ਕੇ, ਸਤਿਗੁਰੂ ਨੂੰ ਮਿਲ ਕੇ। ਜਦੋਂ ਸਤਿਗੁਰੂ ਨਾਲ ਪੂਰੇ ਭਾਗਾਂ ਦੇ ਨਾਲ ਸਤਿਗੁਰੂ ਦੇ ਨਾਲ ਮਿਲਾਪ ਹੁੰਦਾ, ਗੁਰੂ ਸਾਹਿਬ ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ, ਅਤੇ ਫਿਰ ਕਹਿੰਦੇ ਸਤਿਗੁਰੂ ਦੀ ਪ੍ਰਾਪਤੀ, ਵਾਹਿਗੁਰੂ ਜੀ ਦੀ ਪ੍ਰਾਪਤੀ ਕਹਿੰਦੇ ਹੁੰਦੀ। ਹਰਿ ਕਾ ਨਾਮ ਮਨ ਵਸਾਏ। ਅਤੇ ਕਹਿੰਦੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਫਿਰ ਹਰਿ ਦਾ ਨਾਮ, ਜਿਹੜਾ ਪ੍ਰਮਾਤਮਾ ਦਾ ਨਾਮ ਆ, ਮਨ ਦੇ ਵਿੱਚ ਵਸਾ ਕੇ ਨਾਨਕ ਨਦਰ ਕਰੇ ਸੋ ਪਾਈ। ਆਸ ਅੰਦੇਸੇ ਤੇ ਨੇਵਲ ਹਉਮੈ ਸ਼ਬਦ ਨਹਿ ਕੇਵਲ ਹਉਮੈ ਸ਼ਬਦ ਚਲਾਏ। ਕਹਿੰਦੇ ਕਿਰਪਾ ਦੇ ਨਾਲ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਜਿਸ ਉੱਤੇ ਵੀ ਮਹਾਰਾਜ ਨਦਰ ਕਰਦੇ ਨੇ ਆਪਣੀ, ਉਹੀ ਨਾਮ ਦੀ ਪ੍ਰਾਪਤੀ ਕਰ ਸਕਦਾ। ਅਤੇ ਕਹਿੰਦੇ ਜਿਹੜਾ ਬੰਦਾ ਨਾਮ ਜਪਦਾ ਵਾ, ਫਿਰ ਉਹ ਕੀ ਕਰਦਾ ਵਾ, ਹਉਮੈ ਨੂੰ ਨਾਮ ਜਪ ਕੇ ਜਿਹੜਾ ਵਾ ਨਾਮ ਦੀ ਪ੍ਰਾਪਤੀ, ਜਦੋਂ ਗੁਰੂ ਸਾਹਿਬ ਦੇ ਕੋਲ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਸੰਗਤ ਜਦੋਂ ਪੰਜਾਂ ਪਿਆਰਿਆਂ ਦੇ ਕੋਲ ਜਾਂਦਾ ਵਾ, ਅੰਮ੍ਰਿਤ ਪਾਨ ਕਰਦਾ ਵਾ, ਅੰਮ੍ਰਿਤ ਛਕਦਾ ਵਾ, ਗੁਰੂ ਵਾਲਾ ਬਣਦਾ ਵਾ, ਜਦੋਂ ਨਾਮ ਦੀ ਪ੍ਰਾਪਤੀ ਹੁੰਦੀ, ਫਿਰ ਉਹ ਨਾਮ ਨੂੰ ਜਪਦਾ ਵਾ। ਜਪ ਕੇ ਦਾ ਹਉਮੈ ਖੋਂਦੀ, ਜੋ ਫਿਰ ਉਹ ਹਉਮੈ ਜਿਹੜੀ ਆ ਨਾਮ ਨੂੰ ਜਪ ਕੇ ਜਿਹੜੀ ਆ ਉਹ ਕੀ ਕਰਦਾ ਵਾ, ਹਉਮੈ ਸ਼ਬਦ ਚਲਾਏ। ਆਸ ਅੰਦੇਸੇ ਜਿਹੜੇ ਉਹਦੇ ਆ ਸਾਰੇ ਮਿਟ ਜਾਂਦੇ ਆ, ਅਤੇ ਜਿਹੜੀ ਹਉਮੈ ਆ ਉਹਨੂੰ ਉਹ ਸ਼ਬਦ ਚਲਾਏ। ਸ਼ਬਦ ਰੂਪੀ ਸ਼ਬਦ ਦੇ ਨਾਲ, ਨਾਮ ਜਪ ਕੇ ਸ਼ਬਦ ਦੇ ਨਾਲ ਜਿਹੜਾ ਵਾ, ਨਾਮ ਰੂਪੀ ਸ਼ਬਦ ਜਿਹੜਾ ਜਪ ਕੇ ਉਹ ਹਉਮੈ ਨੂੰ ਸਾੜ ਦਿੰਦਾ, ਆਪਣੀ ਹਉਮੈ ਨੂੰ। ਪੰਜਾਂ ਪਿਆਰਿਆਂ ਕੋਲ ਜਾ ਕੇ ਨਾਮ ਦੀ ਪ੍ਰਾਪਤੀ ਜਦੋਂ ਹੁੰਦੀ, ਉਹ ਫਿਰ ਨਾਮ ਜਪਣ ਦੇ ਨਾਲ ਸਾਧ ਸੰਗਤ ਹਉਮੈ ਨੂੰ ਆਪਾਂ ਖਤਮ ਕਰ ਸਕਦੇ। ਉਹੀ ਸ਼ਬਦ ਆ ਜਿਹੜਾ ਇੱਕ ਹਉਮੈ ਨੂੰ, ਨਾਮ ਸ਼ਬਦ ਜਿਹੜਾ ਵਾਹਿਗੁਰੂ ਗੁਰੂ ਮੰਤਰ, ਉਹੀ ਹਉਮੈ ਨੂੰ ਸ਼ਬਦ ਖਤਮ ਜਿਹੜਾ ਕਰ ਸਕਦਾ। ਆਪਣੇ ਵਿੱਚ ਇੰਨੀ ਸਮਰੱਥ ਨਹੀਂ, ਅਤੇ ਕਿਸੇ ਵੀ ਉੱਪਰ ਜਿਹੜੇ ਫੋਕਟ ਕਰਮ ਜਿਹੜੇ ਆਪਾਂ ਕਰਦੇ ਹਾਂ, ਕਿਸੇ ਦੇ ਵਿੱਚ ਵੀ ਇੰਨੀ ਸਮਰੱਥਾ ਨਹੀਂ ਆ ਕਿ ਉਹ ਸਾਡੇ ਜਿਹੜੀ ਹਉਮੈ ਨੂੰ ਖਤਮ ਕਰ ਦੇ। ਚਾਹੇ ਸਾਨੂੰ ਆਨੰਦ ਜਿਹੜਾ ਵਾ, ਆਤਮਿਕ ਆਨੰਦ ਦੀ ਪ੍ਰਾਪਤੀ ਜਿਹੜੀ ਆ ਕਿਸ ਤਰੀਕੇ ਨਾਲ ਵੀ ਹੋ ਸਕੇ। ਕਰਕੇ ਗੁਰੂ ਸਾਹਿਬ ਕਹਿੰਦੇ ਉਪਰੋਕਤ ਸਾਰੇ ਕਰਮ ਜਿਹੜੇ ਆ ਉਹ ਵਿਅਰਥ ਆ। ਕੇਵਲ ਅਤੇ ਕੇਵਲ ਜਿਹੜਾ ਸਤਿਗੁਰੂ ਜੀ ਨੂੰ ਮਿਲ ਕੇ, ਉਹਦਾ ਉਪਦੇਸ਼ ਸਤਿਗੁਰੂ ਜੀ ਦਾ ਗ੍ਰਹਿਣ ਕਰਕੇ, ਨਾਮ ਦੀ ਪ੍ਰਾਪਤੀ ਕਰਕੇ, ਅਤੇ ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਜਦੋਂ ਆਪਾਂ ਕਰਮ ਕਰਾਂਗੇ, ਵਾਹਿਗੁਰੂ ਦਾ ਨਾਮ ਜਪਾਂਗੇ, ਨਾਮ ਸਿਮਰਨ ਦਾ ਅਭਿਆਸ ਕਰਾਂਗੇ, ਅਤੇ ਕਹਿੰਦੇ ਉਹਦੇ ਅਨੁਸਾਰ ਜੀਵਨ ਬਤੀਤ ਕਰਾਂਗੇ। ਗੁਰੂ ਸਾਹਿਬ ਜਿੱਦਾਂ ਕਹਿੰਦੇ ਪੰਜਾਂ ਪਿਆਰਿਆਂ ਕੋਲ ਜਾ ਕੇ, ਅੰਮ੍ਰਿਤ ਛਕ ਕੇ, ਰਹਿਤਾਂ ਰੱਖ ਕੇ, ਨਿਤਨੇਮ ਕਰਕੇ, ਗੁਰੂ ਸਾਹਿਬ ਦੇ ਦਰਸ਼ਨ ਕਰਕੇ, ਗੁਰੂ ਸਾਹਿਬ ਦੇ ਉਪਦੇਸ਼ ਦੇ ਅਨੁਸਾਰ ਜੀਵਨ ਬਤੀਤ ਕਰਕੇ, ਕਹਿੰਦੇ ਜਿੱਦਾਂ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਪੜ੍ਹ ਕੇ ਉਹਦੇ ਅਨੁਸਾਰ ਜੀਵਨ ਢਾਲ ਕੇ। ਕਹਿੰਦੇ ਇੱਕੋ ਹੀ ਰਸਤਾ ਵਾ ਕਲਯੁੱਗ ਦੇ ਵਿੱਚ, ਬਾਕੀ ਸਭ ਵਿਅਰਥ ਆ। ਕੋਈ ਵੀ ਕਰਮ ਜਿਹੜੇ ਫੋਕਟ ਕਰਮ ਆ, ਇਹਨਾਂ ਨੇ ਕੰਮ ਨਹੀਂ ਹੋਣਾ। ਕੇਵਲ ਅਤੇ ਕੇਵਲ ਨਾਮ ਗੁਰੂ ਸਾਹਿਬ ਦਾ ਜਿਹੜਾ ਵਾ, ਗੁਰੂ ਸਾਹਿਬ ਦੇ ਕੋਲ ਬਹਿਣਾ, ਜਿਹੜਾ ਗੁਰੂ ਸਾਹਿਬ ਦੇ ਕੋਲ ਜਾਣਾ, ਉਹ ਅਤੇ ਕੇਵਲ ਉਹੀ ਕੰਮ ਹੋਣਾ। ਬਾਕੀ ਸਭ ਕਹਿੰਦੇ ਵਿਅਰਥ ਆ, ਫੋਕਟ ਕਰਮ ਆ, ਇਹਨਾਂ ਦਾ ਦਰਗਾਹ ਦੇ ਵਿੱਚ ਕੋਈ ਮੁੱਲ ਨਹੀਂ ਆ। ਉੱਥੇ ਕੇਵਲ ਅਤੇ ਕੇਵਲ ਜਿਹੜਾ ਵਾ ਉਹ ਨਾਮ ਦਾ ਹੀ ਮੁੱਲ ਪੈਂਦਾ, ਬਾਕੀ ਸਭ ਜਿਹੜਾ ਉਹ ਵਿਅਰਥ ਆ। ਪੂਰਨ ਕਹਿੰਦੇ ਗੁਰੂ ਸਾਹਿਬ ਅੰਮ੍ਰਿਤ ਛਕੋ,
ਤੇ ਕਕਾਰ ਪਹਿਨੋ ਗੁਰੂ ਸਾਹਿਬ ਤੇ ਭਰੋਸਾ, ਪੂਰਨ ਭਰੋਸਾ ਰੱਖ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ, ਆਪਣੇ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ। ਫੋਕਟ ਕਰਮਾਂ ਦਾ ਤਿਆਗ ਕਰੋ। ਗੁਰੂ ਸਾਹਿਬ ਕਹਿੰਦੇ ਇਹਨਾਂ ਕਰਮਾਂ ਦੇ ਵਿੱਚ ਕੁਛ ਵੀ ਨਹੀਂ ਰੱਖਿਆ। ਗੁਰੂ ਸਾਹਿਬ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਨੂੰ ਬਸਤਰ ਦਿੱਤੇ, ਚੰਗਾ ਭਲਾ ਜੀਵਨ ਦੀ ਪੂੰਜੀ ਦਿੱਤੀ ਆ, ਫਿਰ ਵੀ ਆਪਣੇ ਸਰੀਰ ਨੂੰ ਜਿਹੜਾ ਬਿਨਾਂ ਕੱਪੜਿਆਂ ਤੋਂ ਰੱਖ ਕੇ, ਨੰਗੇ ਪੈਰੀ ਫਿਰ ਕੇ, ਚਾਹੇ ਗੰਦਗੀ ਖਾ ਕੇ, ਚਾਹੇ ਚੁੱਪ ਰਹਿ ਕੇ, ਕਹਿੰਦੇ ਇਹ 'ਚ ਕੋਈ ਵੀ ਸਾਧਨ ਜਿਹੜਾ ਵਾ ਪਰਮਾਤਮਾ ਦੀ ਪ੍ਰਾਪਤੀ ਦੇ ਕਹਿੰਦੇ ਯੋਗ ਨਹੀਂ ਆ। ਕਿਸੇ ਵੀ ਇਸ ਸਾਧਨ ਦੇ ਨਾਲ, ਉਪਰੋਕਤ ਕਿਸੇ ਵੀ ਸਾਧਨ ਦੇ ਨਾਲ ਆਪਾਂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਉਹ ਨਹੀਂ ਕਰ ਸਕਦੇ। ਪਰਮਾਤਮਾ ਦੀ ਪ੍ਰਾਪਤੀ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਦੇ ਉਪਦੇਸ਼, ਗੁਰੂ ਸਾਹਿਬ ਜੀ ਦੇ ਕੋਲ ਬਹਿ ਕੇ, ਗੁਰੂ ਸਾਹਿਬ ਨੂੰ ਗੁਰੂ ਧਾਰਨ ਕਰਕੇ, ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਵਾਹਿਗੁਰੂ ਜੀ ਜਿਹੜੇ ਸਾਰੇ ਬ੍ਰਹਿਮੰਡ ਦੇ ਦਾਤੇ ਆ, ਉਹਨਾਂ ਦੇ ਕੋਲ ਜਾ ਕੇ ਬੈਠ ਕੇ ਆਪਣਾ ਉਪਦੇਸ਼ ਜਿਹੜਾ ਉਹਨਾਂ ਦੇ ਅਨੁਸਾਰ ਢਾਲ ਕੇ, ਕੇਵਲ ਇੱਕੋ ਹੀ ਰਸਤਾ ਵਾ ਆਪਣੇ ਕੋਲ ਮੁਕਤ ਹੋਣ ਦਾ, ਗੁਰੂ ਸਾਹਿਬ ਦੀ ਪ੍ਰਾਪਤੀ ਕਰਨ ਦਾ, ਅਤੇ ਜਿਹੜਾ ਵਾ ਵਾਹਿਗੁਰੂ ਜੀ ਨੂੰ ਮਿਲਣ ਦਾ। ਉਹ ਕਹਿੰਦੇ ਬਾਕੀ ਸਭ ਕਰਮ ਵਿਅਰਥ ਆ, ਕੁਛ ਵੀ ਨਹੀਂ ਮਿਲਣਾ ਇਹਨਾਂ ਕਰਮਾਂ ਦੇ ਵਿੱਚ। ਕੇਵਲ ਅਤੇ ਕੇਵਲ ਇੱਕੋ ਹੀ ਰਸਤਾ ਵਾ ਨਾਮ ਜਪਣ ਦਾ। ਨਾਮ ਜਪੋ, ਗੁਰੂ ਸਾਹਿਬ ਦੇ ਅਨੁਸਾਰ ਆਪਣਾ ਜੀਵਨ, ਗੁਰੂ ਸਾਹਿਬ ਜਿੱਦਾਂ ਜਿੱਦਾਂ ਕਹਿੰਦੇ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ। ਅਤੇ ਆਪਣਾ ਜਿਹੜਾ ਗੁਰੂ ਸਾਹਿਬ ਫਿਰ ਬਾਂਹ ਫੜਦੇ ਆ, ਅਤੇ ਗੁਰੂ ਸਾਹਿਬ ਆਪੇ ਆਤਮਿਕ ਆਨੰਦ ਦੀ ਜਿਹੜੀ ਬਖਸ਼ਿਸ਼ ਕਰਦੇ ਆ। ਅਤੇ ਸਾਧ ਸੰਗਤ ਕਿਰਪਾ ਕਰਨ, ਗੁਰੂ ਸਾਹਿਬ ਸਾਨੂੰ ਵੀ ਫੋਕਟ ਵਿਖਾਵਿਆਂ ਤੋਂ ਬਚਾ ਲੈਣ। ਗੁਰੂ ਸਾਹਿਬ ਆਪ ਹੀ ਮੱਤ ਦੇਣ, ਸਿਰ 'ਤੇ ਮੇਰਾ ਭਰਿਆ ਹੱਥ ਰੱਖਣ, ਮੇਰੀ ਦਾਤਾ ਜੀ ਬਖਸ਼ ਲੈਣ। ਰਹਿਮਤਾਂ ਦੇ ਸੋਮੀ ਦਾਤਾ ਜੀ ਵਾਹਿਗੁਰੂ ਜੀ ਕਿਰਪਾ ਕਰਨ, ਮੇਰੇ ਦਾਤਾ ਜੀ ਬੜੇ ਬੇਅੰਤਾਂ ਦੇ ਮਾਲਕ ਗੁਰੂ ਸਾਹਿਬ ਵਾਹਿਗੁਰੂ ਜੀ ਆਪ ਹੀ ਸੋਚੀ ਬਖਸ਼ਣ। ਦਾਤਾ ਜੀ ਵਾਹਿਗੁਰੂ ਜੀ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।